ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 434। ਸਮਕਾਲੀ ਪੰਜਾਬੀ ਸਾਹਿਤ। ਸਮਕਾਲੀ ਪੰਜਾਬੀ ਸਾਹਿਤ ਦਾ ਆਰੰਭ ਸ਼ਾਹ ਮੁਹੰਮਦ ਨਾਲ ਸ਼ੁਰੂ ਹੁੰਦਾ ਹੈ, ਜੋ ਗੁਰੂ ਨਾਨਕ ਵਾਂਗ ਸਮਕਾਲੀ ਘਟਨਾਵਾਂ ਬਾਰੇ ਲਿਖਣ ਵਾਲਾ ਪਹਿਲਾ ਲੇਖਕ ਸੀ। ਉਸ ਨੇ ਰਣਜੀਤ ਸਿੰਘ ਦੀ ਮੌਤ ਪਿੱਛੋਂ ਹੋਈ ਗੜਬੜ ਤੇ ਅਫਰਾ ਤਫਰੀ ਵੇਖੀ ਸੀ, ਜਿਸ ਦਾ ਸਿੱਟਾ ਅੰਗਰੇਜ਼ਾਂ ਤੇ ਸਿੱਖਾਂ ਦੇ ਯੁੱਧਾਂ ਤੇ ਅੰਗਰੇਜ਼ਾਂ ਵੱਲੋਂ ਸਿੱਖ ਹਕੂਮਤ ਦੇ ਇਲਹਾਕ ਵਿੱਚ ਨਿਕਲਿਆ। ਉਸ ਨੇ ਸਭਰਾਓ ਦੀ ਲੜਾਈ ਵਿੱਚ ਸ਼ਾਮ ਸਿੰਘ ਅਟਾਰੀ ਦੀ ਬੀਰਤਾ ਭਰਪੂਰ ਪਰ ਆਤਮਘਾਤੀ ਹਮਲੇ ਨੂੰ ਅਮਰ ਕਰ ਦਿੱਤਾ। ਉਸ ਨੇ ਲਿਖਿਆ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਤੇ ਫਿਰ ਲਿਖਿਆ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਉਸ ਨੇ ਲੜਾਈ ਦੇ ਨਤੀਜੇ ਨੂੰ ਜਿਹੜੇ ਸ਼ਬਦਾਂ ਵਿੱਚ ਬਿਆਨ ਕੀਤਾ, ਉਹਦਾ ਲੋਕ ਅਜੇ ਤੱਕ ਹਵਾਲਾ ਦਿੰਦੇ ਹਨ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ। ਅੰਗਰੇਜ਼ਾਂ ਦੇ ਕਬਜ਼ੇ ਤੋਂ ਸ਼ੁਰੂ ਹੋਣ ਤੋਂ ਲੈ ਕੇ ਅੱਧੀ ਸਦੀ ਤੱਕ ਭਾਰਤ ਵਿੱਚ ਬੜੀ ਘੱਟ ਸਾਹਿਤ ਰਚਨਾ ਹੋਈ। ਰਾਜਸੀ ਤਬਦੀਲੀ ਦੇ ਪ੍ਰਭਾਵਾਂ ਤੋਂ ਉਭਰਨ ਤੇ ਪੱਛਮੀ ਲੱਛਣਾਂ ਨੂੰ ਸਮਝਣ ਲਈ ਕਈ ਸਾਲ ਲੱਗੇ। ਪਹਿਲੇ ਅੰਗਰੇਜ਼ ਹਾਕਮ ਇਹ ਵਿਸ਼ਵਾਸ ਕਰਦੇ ਸਨ ਕਿ ਸਾਰਾ ਪੂਰਬੀ ਸੱਭਿਆਚਾਰ ਨਿਕੰਮਾ ਹੈ ਤੇ ਉਹਨਾਂ ਲਈ ਵਧੀਆ ਇਹੋ ਹੈ ਕਿ ਉਹ ਯੂਰਪੀ ਸੱਭਿਆਚਾਰ ਅਪਣਾਉਣ। ਭਾਰਤੀਆਂ ਦੀ ਇੱਕ ਪੀੜ੍ਹੀ ਜਾਂ ਨਸਲ ਉਹਨਾਂ ਨਾਲ ਸਹਿਮਤ ਹੋ ਗਈ ਤੇ ਉਹਨਾਂ ਦੇ ਉੱਪਰ ਇਤਨਾ ਅੰਗਰੇਜ਼ੀ ਦਾ ਪ੍ਰਭਾਵ ਹੋ ਗਿਆ ਕਿ ਉਹਨਾਂ ਦਾ ਭਾਰਤੀ ਪਰੰਪਰਾ ਤੇ ਗਿਆਨ ਨਾਲ ਕੋਈ ਸੰਪਰਕ ਹੀ ਨਾ ਰਿਹਾ। ਅਗਲੀ ਪੀੜ੍ਹੀ ਨੇ ਇਸ ਵਰਤਾਰੇ ਦੀ ਬੇਵਕੂਫੀ ਸਮਝ ਲਈ ਤੇ ਉਹ ਪੁਰਾਲੇਖ ਭਵਨਾਂ ਦੀਆਂ ਅਲਮਾਰੀਆਂ ਚੋਂ ਗਰਦ ਝਾੜ ਕੇ ਪ੍ਰਾਚੀਨ ਭਾਰਤੀਆਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਹੋਏ। ਇਹ ਅਮਲ ਜਾਂ ਕਿਰਿਆ ਸਾਰੇ ਮੁਲਕ ਵਿੱਚ ਹੀ ਸ਼ੁਰੂ ਹੋਈ, ਕਿਉਂਕਿ ਪੰਜਾਬ ਸਭ ਤੋਂ ਮਗਰੋਂ ਪੱਛਮੀ ਪ੍ਰਭਾਵਾਂ ਹੇਠ ਆਇਆ। ਇਹ ਉਹਨਾਂ ਦੇ ਪ੍ਰਭਾਵਾਂ ਤੋਂ ਵੀ ਸਭ ਤੋਂ ਪਿੱਛੋਂ ਮੁਕਤ ਹੋਇਆ। ਫਲਸਰੂਪ ਪੰਜਾਬੀ ਸਾਹਿਤ ਵਿੱਚ ਪੁਨਰ ਜਾਗ੍ਰਿਤੀ ਬਾਕੀ ਦੇ ਭਾਰਤ ਨਾਲੋਂ ਸਭ ਤੋਂ ਮਗਰੋਂ ਆਈ। ਪੰਜਾਬ ਉੱਪਰ ਕਬਜ਼ੇ ਪਿੱਛੋਂ ਪੰਜਾਬੀ ਸਾਹਿਤ ਰਚਨਾ ਵੀ ਮੋਟੇ ਤੌਰ ਤੇ ਸਿੰਘ ਸਭਾ ਲਹਿਰ ਤੇ ਉਸ ਮਗਰੋਂ ਅਕਾਲੀ ਲਹਿਰ ਤੇ ਮਾਰਕਸੀ ਲਹਿਰ ਨਾਲ ਆਈਆਂ ਸਿਆਸੀ ਤਬਦੀਲੀਆਂ ਦੇ ਬਰਾਬਰ ਹੀ ਹੋਣੀ ਸ਼ੁਰੂ ਹੋਈ। ਹਰ ਸਥਿਤੀ ਵਿੱਚ ਸਾਹਿਤ ਰਚਨਾ ਉੱਪਰ ਉਹਨਾਂ ਸਮੱਸਿਆਵਾਂ ਦਾ ਪ੍ਰਭਾਵ ਸੀ, ਜਿਨ੍ਹਾਂ ਦਾ ਟਾਕਰਾ ਲਹਿਰ ਦੇ ਸਮਰਥਕਾਂ ਨੂੰ ਕਰਨਾ ਪੈਂਦਾ ਸੀ। ਫਿਰ ਵੀ ਕੁਝ ਲੇਖਕ ਐਸੇ ਸਨ ਜੋ ਸਮਾਜਿਕ ਤੇ ਰਾਜਨੀਤੀ ਸਮੱਸਿਆਵਾਂ ਪ੍ਰਤੀ ਸੁਚੇਤ ਨਹੀਂ ਸਨ ਤੇ ਲਿਖਣ ਦੀ ਖਾਤਰ ਹੀ ਲਿਖਦੇ ਸਨ। ਸਿੰਘ ਸਭਾ ਲਹਿਰ ਦੀ ਸਾਹਿਤਿਕ ਰਚਨਾ। ਇਸ ਦਾ ਸਿੱਖ ਧਰਮ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ। ਉਹ ਵਿਅਕਤੀ ਜਿਸ ਦੀ ਇਹ ਲਹਿਰ ਅਧਿਕ ਦੇਣਦਾਰ ਹੈ, ਉਹ ਭਾਈ ਵੀਰ ਸਿੰਘ ਹੈ, ਜਿਸ ਨੇ ਪੰਜਾਬੀ ਵਿੱਚ ਰੁਚੀ ਦੁਬਾਰਾ ਪੈਦਾ ਕੀਤੀ ਤੇ ਭਾਸ਼ਾ ਦੇ ਇਤਿਹਾਸ ਵਿੱਚ ਉੱਘਾ ਸਥਾਨ ਬਣਾਇਆ। ਵੀਰ ਸਿੰਘ ਨੇ ਗਲਪ, ਕਵਿਤਾ ਤੇ ਪਵਿੱਤਰ ਗ੍ਰੰਥਾਂ ਦੇ ਟੀਕੇ ਤੇ ਵਿਆਖਿਆਵਾਂ ਲਿਖੀਆਂ। ਵੀਰ ਸਿੰਘ ਦੀਆਂ ਮੁੱਢਲੀਆਂ ਰਚਨਾਵਾਂ ਨੂੰ 19ਵੀਂ ਸਦੀ ਦੇ ਅੰਤਲੇ ਸਮੇਂ ਦੀਆਂ ਰਾਜਸੀ ਤੇ ਸਿਆਸੀ ਹਾਲਤ ਦੇ ਸੰਦਰਭ ਵਿੱਚ ਵਿਚਾਰਨਾ ਵੇਖਣਾ ਪਵੇਗਾ। ਉਸ ਦੇ ਨਾਵਲ, ਜਿਨ੍ਹਾਂ ਕਾਰਨ ਉਹ ਲੱਖਾਂ ਘਰਾਂ ਵਿੱਚ ਪ੍ਰਸਿੱਧ ਹੋਇਆ, ਉਸ ਸਮੇਂ ਲਿਖੇ ਗਏ ਸਨ ਜਦੋਂ ਪੰਜਾਬ ਨੂੰ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਤੇ ਸੰਦੇਹ ਹੋਣ ਲੱਗ ਪਿਆ ਸੀ। ਅੰਗਰੇਜ਼ ਇਤਿਹਾਸਕਾਰ ਸਿੱਖ ਰਾਜ ਦੇ ਬ੍ਰਿਟਿਸ਼ ਤੇ ਬੇਤਰਤੀਬੇ ਤੇ ਗਵਾਰਪੁਣੇ ਨੂੰ ਜ਼ੋਰ ਨਾਲ ਉਛਾਲ ਰਹੇ ਸਨ, ਜਿਸ ਦੀ ਥਾਂ ਤੇ ਉਹਨਾਂ ਇੱਕ ਪ੍ਰਬੁੱਧ ਰਾਜ ਦੀ ਸਥਾਪਨਾ ਕੀਤੀ ਸੀ। ਸੰਸਕ੍ਰਿਤ ਵਿਦਵਾਨ ਸਿੱਖ ਧਰਮ ਨੂੰ ਵੈਦਿਕ ਧਰਮ ਦੀ ਤੁੱਛ ਨਕਲ ਦੱਸ ਕੇ ਇਸ ਨੂੰ ਛੁਟਿਆ ਰਹੇ ਸਨ ਤੇ ਭੰਡੀ ਕਰ ਰਹੇ ਸਨ ਤੇ ਇਸ ਦੇ ਰੂਪ, ਆਕਾਰ ਤੇ ਚਿੰਨ੍ਹਾਂ ਤੇ ਸਿਧਾਂਤਾਂ ਨੂੰ ਅਸੱਭਿਅ ਤੇ ਉਜੜ ਕਹਿ ਰਹੇ ਸਨ। ਵੀਰ ਸਿੰਘ ਨੇ ਆਪਣੇ ਨਾਵਲਾਂ ਸੁੰਦਰੀ, ਵਿਜੇ ਸਿੰਘ, ਸਤਵੰਤ ਕੌਰ ਤੇ ਬਾਬਾ ਨੌਧ ਸਿੰਘ ਦੇ ਨਾਵਾਂ ਦਾ ਕੇਂਦਰੀ ਵਿਸ਼ਾ ਵਸਤੂ ਸਿੱਖ ਧਰਮ ਦੀ ਵੀਰਤਾ,
ਸ੍ਰਿਸ਼ਟਤਾ ਤੇ ਨੈਤਿਕ ਸ੍ਰੇਸ਼ਟਤਾ ਸੀ। ਇਹ ਹਿੰਦੂਆਂ ਦੀ ਹੀਣਤਾ ਤੇ ਦਾਸਤਾ ਅਤੇ ਪਠਾਨ ਤੇ ਮੁਗਲ ਹਾਕਮਾਂ ਦੇ ਜ਼ੁਲਮ ਦੇ ਪਿਛੋਕੜ ਵਿੱਚ ਦਰਸਾਈ ਗਈ ਸੀ। ਸਿੱਖ ਵੀਰ ਸਿੰਘ ਦੇ ਨਾਵਲਾਂ ਨੂੰ ਇੱਕੋ ਸਾਹ, ਜੋਸ਼, ਉਤਸ਼ਾਹ ਤੇ ਕਿਰਤੱਗਤਾ ਦੀ ਭਾਵਨਾ ਨਾਲ ਪੜ੍ਹਦੇ ਸਨ, ਪਰੰਤੂ ਉਹ ਮਾਨਸਿਕ ਪੜਾਅ ਲੰਘ ਜਾਣ ਮਗਰੋਂ ਉਹਨਾਂ ਨਾਵਲਾਂ ਦੀ ਖਿੱਚ ਖਤਮ ਹੋ ਗਈ। ਅਜੋਕੇ ਪਾਠਕਾਂ ਨੂੰ ਉਹ ਕੁਝ ਹੱਦ ਤੱਕ ਰੁੱਖੇ ਤੇ ਨੀਰਸ ਜਾਪਦੇ ਹਨ। ਉਹਨਾਂ ਦਾ ਸਥਾਨ ਇਤਿਹਾਸ ਵਿੱਚ ਹੈ, ਸਾਹਿਤ ਵਿੱਚ ਨਹੀਂ। ਵੀਰ ਸਿੰਘ ਨੇ ਆਪ ਹੀ ਨਾਵਲ ਲਿਖਣੇ ਛੱਡ ਦਿੱਤੇ ਤੇ ਉਹਨਾਂ ਦੀ ਥਾਂ ਤੇ ਅਨੁਵਾਦ ਤੇ ਪਵਿੱਤਰ ਗ੍ਰੰਥ ਦੀ ਵਿਆਖਿਆ ਕਰਕੇ ਪੈਫਲੇਟਾਂ ਤੇ ਆਪਣੇ ਹਫ਼ਤਾਵਾਰੀ ਖਾਲਸਾ ਸਮਾਚਾਰ ਵਿੱਚ ਛਾਪਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਸ ਦੀਆਂ ਕਵਿਤਾਵਾਂ ਛਪਣ ਲੱਗੀਆਂ, ਜਿਸ ਕਾਰਨ ਉਸ ਨੂੰ ਪੰਜਾਬੀ ਕਵੀਆਂ ਵਿੱਚ ਬੜਾ ਸਨਮਾਨਯੋਗ ਥਾਂ ਪ੍ਰਾਪਤ ਹੋ ਗਿਆ। ਵੀਰ ਸਿੰਘ ਦਾ ਪਹਿਲਾ ਪ੍ਰਯੋਗ ਖੁੱਲ੍ਹੀ ਕਵਿਤਾ ਵਿੱਚ ਸੀ। ਇੱਕ ਲੰਮੀ ਕਵਿਤਾ ਰਾਣਾ ਸੂਰਤ ਸਿੰਘ 1905 ਵਿੱਚ ਛਾਪੀ ਗਈ। ਇਸ ਦਾ ਵਸਤੂ ਆਮ ਵਾਂਗ ਧਾਰਮਿਕ ਸੀ। ਉਸ ਦੀ ਤਕਨੀਕ ਤੇ ਬੋਲੀ ਉੱਪਰ ਕਾਬੂ ਬਹੁਤ ਪ੍ਰਭਾਵਸ਼ਾਲੀ ਸੀ। ਉਸ ਤੋਂ ਪਹਿਲਾਂ ਖੁੱਲ੍ਹੀ ਕਵਿਤਾ ਕਿਸੇ ਨੇ ਇਤਨੀ ਸਫਲਤਾ ਨਾਲ ਨਹੀਂ ਲਿਖੀ ਸੀ। ਵੀਰ ਸਿੰਘ ਨੇ ਨਿਰੰਤਰ ਸਰਵੋਤਮ ਰਚਨਾ ਕੀਤੀ, ਜਿੱਥੇ ਅਨੁਪ੍ਰਾਸ, ਨਾਦ ਅਲੰਕਾਰ ਲੈ ਕੇ ਤੇ ਦੁਹਰਾਓ ਨਾਲ ਇੱਕ ਅਜਿਹੀ ਤਾਲਬੱਧ ਧੁਨ ਪੈਦਾ ਹੁੰਦੀ ਸੀ ਕਿ ਗਰਮੀ ਰੁੱਤ ਦੀਆਂ ਤਰਕਾਲਾਂ ਦੀ ਵਿਲਾਸਮਈ ਨਿਰਬਲਤਾ ਛਾ ਜਾਂਦੀ ਸੀ। ਇਸ ਪਿੱਛੋਂ ਵੀਰ ਸਿੰਘ ਨੇ ਸਿੱਖ ਗੁਰੂਆਂ, ਮੋਢੀ ਗੁਰੂ ਨਾਨਕ ਤੇ ਆਖਰੀ ਗੁਰੂ ਗੋਬਿੰਦ ਸਿੰਘ ਦੀਆਂ ਜੀਵਨੀਆਂ ਲਿਖੀਆਂ। ਪਹਿਲਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਕਲਗੀਧਰ ਚਮਤਕਾਰ ਛਪੀ। 3 ਸਾਲ ਮਗਰੋਂ ਗੁਰੂ ਨਾਨਕ ਚਮਤਕਾਰ ਛਪਿਆ। ਬਾਕੀ ਗੁਰੂ ਸਾਹਿਬਾਨ ਦੀਆਂ ਜੀਵਨ ਗਾਥਾਵਾਂ ਅਸ਼ਟ ਗੁਰ ਚਮਤਕਾਰ ਵਿੱਚ ਛਪੀਆਂ। ਇਹਨਾਂ ਜੀਵਨੀਆਂ ਦੇ ਵਿਚਕਾਰਲੇ ਸਮੇਂ ਵਿੱਚ ਵੀਰ ਸਿੰਘ ਛੋਟੇ ਤੋਲ ਤੁਕਾਂਤ ਵਰਤ ਕੇ ਕਈ ਕਾਵਿ ਸੰਗ੍ਰਹਿ ਛਪਵਾਏ, ਜਿਨ੍ਹਾਂ ਨੂੰ ਪਹਿਲਾਂ ਪੰਜਾਬੀ ਕਵਿਤਾ ਵਿੱਚ ਘੱਟ ਹੀ ਵਰਤਿਆ ਗਿਆ ਸੀ। ਇਹਨਾਂ ਵਿੱਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਰੁਬਾਈਆਂ ਸਨ। ਇਹਨਾਂ ਵਿੱਚ ਉਸ ਨੇ ਆਪਣਾ ਫਲਸਫਾ, ਦਰਸ਼ਨ ਤੇ ਰਹੱਸਵਾਦ ਪ੍ਰਗਟ ਕੀਤਾ ਹੈ, ਜਿਨ੍ਹਾਂ ਵਿੱਚ ਪਰਮਾਤਮਾ ਤੇ ਮਨੁੱਖਾਂ ਦਾ ਪ੍ਰੇਮ, ਰੂਹਾਨੀ ਤੇ ਵਾਸ਼ਨਾਤਮਕ, ਨੈਤਿਕ ਤੇ ਰੂਹਾਨੀ ਪ੍ਰਗਟਾਅ ਦੇ ਰੰਗ ਨਿਰੰਤਰ ਭੌਚਕਤਾ ਦਿੰਦੇ ਤੇ ਮਨਮੋਹਣੇ ਲੱਗਦੇ ਹਨ। ਉਹਨਾਂ ਵਿੱਚ ਨਿਰਮਤਾ ਦੀ ਭਾਵਨਾ ਲੁਕਤ ਹੈ ਤੇ ਕਦੇ-ਕਦੇ ਸੰਭੋਗ ਵਿੱਚ ਸਵੈ ਪੀੜ ਸਹਿਣ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ। ਆਤਮ ਸਮਰਪਣ ਦੀ ਭਾਵਨਾ ਪ੍ਰਤੱਖ ਹੈ। ਭਾਈ ਵੀਰ ਸਿੰਘ ਨੇ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਇਹਨਾਂ ਬਾਰੇ ਪ੍ਰਯੋਗ ਦਾ ਤਿਆਗ ਨਹੀਂ ਕੀਤਾ। ਉਸ ਦੀ ਮ੍ਰਿਤਿੂ ਉਪਰੰਤ ਛਪੀ ਜਗਰਾਤਾ ਵਿੱਚ ਉਸ ਨੇ ਪ੍ਰਕਿਰਤੀ ਨੂੰ ਬੜੀ ਕਮਾਲ ਦੀ ਮੁਹਾਰਤ ਨਾਲ ਪਕੜਿਆ ਹੈ ਤੇ ਸਰੀਰਿਕ ਤਾਂਘ ਨੂੰ ਰੂਹਾਨੀ ਵਿਸ਼ੇਸ਼ਤਾਵਾਂ ਨਾਲ ਸਜਾਇਆ ਸੰਵਾਰਿਆ ਹੈ। ਸ਼ਾਮਾਂ ਪੈ ਗਈਆਂ, ਥੋੜ੍ਹਾ-ਥੋੜ੍ਹਾ ਹਨੇਰਾ ਛਾ ਗਿਆ ਹੈ। ਮੈਂ ਸੋਚਿਆ ਤੂੰ ਅੱਜ ਹਨੇਰਾ ਹੋਣ ਵੇਲੇ ਆਵੇਂਗਾ। ਗਲੀ ਦਾ ਦੀਪ ਬੁਝਾਇਆ ਤੇ ਆਲੇ 'ਚ ਜਗਦਾ ਦੀਪ ਵੀ ਵੱਡਾ ਕੀਤਾ ਤੇ ਘਰ 'ਚੋਂ ਸ਼ੋਰ ਬੰਦ ਕਰਕੇ ਮੈਂ ਹਨੇਰੇ ਵਿੱਚ ਉਡੀਕ ਕਰਦੀ ਬੈਠ ਗਈ। ਸ਼ਾਇਦ ਤੂੰ ਰਾਤ ਨੂੰ ਆਵੇਂ, ਤੂੰ ਸ਼ਾਇਦ ਨਰਮ ਬੇਆਵਾਜ਼ ਪੈੜ ਚਾਲ ਕਰਦਾ ਆਵੇਂ, ਜਿਸ ਸਮੇਂ ਸ਼ਾਂਤੀ ਹੋਵੇ ਤੇ ਪੂਰੀ ਤਰ੍ਹਾਂ ਹਨੇਰਾ। ਆ ਸੁਣੋ, ਕਾਹਦਾ ਸ਼ੋਰ ਹੈ? ਕੀ ਉਹ ਆ ਰਿਹਾ ਹੈ? ਮੈਂ ਜਾ ਕੇ ਬਾਰੀ ਵਿੱਚੋਂ ਬਾਹਰ ਝਾਕਿਆ। ਬਾਹਰ ਬੱਦਲ ਗਰਜ ਰਿਹਾ ਸੀ, ਬਿਜਲੀ ਚਮਕ ਰਹੀ ਸੀ। ਮੇਰਾ ਦਿਲ ਧੱਕ ਕਰਕੇ ਰੁਕ ਗਿਆ। ਸ਼ਾਇਦ ਤੂੰ ਇਸ ਤਰ੍ਹਾਂ ਆਵੇਂ, ਜਿਵੇਂ ਫੁੱਲਝੜੀਆਂ ਫੁੱਟਣ ਤੇ ਕੋਈ ਬੈਟਰੀ ਮਾਰਦਾ ਤੁਰਿਆ ਆਵੇ। ਮੈਂ ਕਾਹਲੀ ਨਾਲ ਉੱਠੀ, ਘਰ 'ਚ ਰੌਸ਼ਨੀ ਕੀਤੀ, ਆਲੇ ਵਿੱਚ ਦੀਪ ਜਗਾਇਆ, ਗਲੀ ਵਿੱਚ ਕਾਹਲੀ-ਕਾਹਲੀ ਰੌਸ਼ਨੀ ਕੀਤੀ। ਮੈਂ ਤੇਰਾ ਧਿਆਨ ਧਰਦਿਆਂ ਸੋਚਿਆ, ਤੂੰ ਰੌਸ਼ਨੀ ਵੇਖ ਕੇ ਹੀ ਆ ਜਾਵੇਂਗਾ।
ਇਹ ਨਾ ਹੋਵੇ ਕਿ ਘਰ ਵਿੱਚ ਹਨੇਰਾ ਵੇਖ ਕੇ ਤੂੰ ਪਰਤ ਜਾਵੇਂ ਤੇ ਮੈਂ ਸਦਾ ਲਈ ਤੇਰੀ ਉਡੀਕ ਕਰਦੀ ਰਹਾਂ। ਕਾਲੇ ਕਾਲੇ ਬੱਦਲ ਘਿਰ ਘਿਰ ਆਏ, ਬਿਜਲੀ ਕਰਦੀ ਫਿਰੇ ਉਹਨਾਂ ਦੇ ਲੰਘਾਰੇ। ਫਿਰ ਮੁਸਲੇਧਾਰ ਵਰ੍ਹਿਆ ਤੇ ਗਲੀਆਂ ਨਾਲੀਆਂ ਪਾਣੀ ਨਾਲ ਭਰ ਗਈਆਂ। ਬਿਜਲੀ ਚਮਕ ਕੇ ਅੱਖ ਝਪਕਾਰੇ ਵਿੱਚ ਚਲੀ ਗਈ, ਜਿਵੇਂ ਉਹ ਮੇਰੇ ਦਿਲ ਦੀ ਤਾਂਘ ਜਾਣਦੀ ਹੋਵੇ। ਨਾਲੇ ਬੱਦਲ ਵੀ ਅਲੋਪ ਹੋ ਗਏ। ਆਕਾਸ਼ ਬੱਦਲਾਂ ਤੋਂ ਸੱਖਣਾ ਨਿਰਮਲ ਧੋਤਾ ਧੋਤਾ ਪਿਆ ਚਮਕੇ। ਮੈਂ ਤਾਰਿਆਂ ਨੂੰ ਵੇਖਦੀ ਉਡੀਕ ਕਰ ਰਹੀ ਹਾਂ। ਚੰਦ ਵੀ ਪਿਆ ਉਡੀਕਾਂ ਕਰੇ। ਵੇਖੋ ਕਿੰਜ ਚੰਨ ਦੀਆਂ ਰਿਸ਼ਮਾਂ ਫੈਲੀਆਂ ਹੋਈਆਂ ਹਨ। ਚਿੱਕੜ ਤੇ ਉਹਨਾਂ ਦੀ ਚਾਂਦੀ ਰੰਗੀ ਝਿਲਮਿਲਾਹਟ ਪੈ ਰਹੀ ਹੈ, ਜਿਵੇਂ ਤੇਰੇ ਰਾਹਾਂ ਤੇ ਮਖਮਲੀ ਗਲੀਚਾ ਵਿਛਿਆ ਹੋਵੇ। ਆਕਾਸ਼ ਤੇ ਭੌਰ ਚੜ੍ਹ ਆਈ ਹੈ। ਪਹਿਲੀ ਕਿਰਨ ਦੇ ਦਿਦਾਰੇ ਹੋਏ ਨੇ। ਚਿੜੀਆਂ ਚਹਿਕਦੀਆਂ ਹਨ। ਠੰਡੀ ਨਸੀਮ ਚੱਲ ਰਹੀ ਹੈ, ਜਿਵੇਂ ਨਰਮ ਮਿੱਠਾ ਮਿੱਠਾ ਗੀਤ ਗਾ ਰਹੀ ਹੋਵੇ। ਸਵੇਰ ਦੀ ਰੌਸ਼ਨੀ ਜੀਵਨ ਦਾਨ ਬਖਸ਼ ਰਹੀ ਹੈ। ਹਰ ਚੀਜ਼ ਸੰਜੀਵ ਹੋ ਉੱਠੀ ਹੈ। ਹਰ ਚੀਜ਼ ਵਿੱਚ ਜ਼ਿੰਦਗੀ ਧੜਕ ਰਹੀ ਹੈ। ਸਵੇਰ ਸਾਰ ਹੀ ਮੇਰੇ ਮਨ ਵਿੱਚ ਇੱਛਾ ਦੀਆਂ ਕਰੂੰਬਲਾਂ ਫੁੱਟ ਰਹੀਆਂ ਹਨ। ਸਵੇਰ ਤੇ ਦਿਓਹਾਂ ਆਸਾਂ ਉਡੀਕਾਂ ਕਰ ਰਹੇ ਹਨ। ਸੂਰਜ ਚੜ੍ਹ ਆਇਆ ਹੈ। ਕੱਲ੍ਹ ਵੀ ਇਹ ਚੜ੍ਹਿਆ ਸੀ, ਨਿੱਤ ਹੀ ਚੜ੍ਹਦਾ ਹੈ। ਲੋਕ ਨੀਂਦਰ ਚੋਂ ਜਾਗ ਪਏ ਹਨ। ਗਲੀਆਂ ਬਾਜ਼ਾਰਾਂ 'ਚ ਘੁੰਮ ਰਹੇ ਹਨ। ਮੈਂ ਹੀ ਤੇਰੀ ਉਡੀਕ ਕਰਦੀ ਬੈਠੀ ਹਾਂ। ਹੇ ਪਰਮਾਤਮਾ, ਮੈਂ ਕੀ ਕਰ ਸਕਦੀ ਹਾਂ? ਮੈਂ ਹੋਰ ਕਰ ਵੀ ਕੀ ਸਕਦੀ ਹਾਂ? ਭਾਈ ਵੀਰ ਸਿੰਘ ਦੇ ਦੋ ਸਮਕਾਲੀ ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ। ਪੂਰਨ ਸਿੰਘ ਨੇ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ ਸੀ ਤੇ ਉਸ ਨੇ ਕਈ ਖੋਜ ਪੱਤਰ ਵੀ ਪੇਸ਼ ਕੀਤੇ ਸਨ। ਫਿਰ ਉਹਦਾ ਰੁਝਾਨ ਅੰਗਰੇਜ਼ੀ ਤੇ ਪੰਜਾਬੀ ਦੇ ਰਚਨਾਤਮਕ ਸਾਹਿਤ ਵੱਲ ਹੋ ਗਿਆ। ਉਹ ਵਾਲਟ ਵਿਟਮੈਨ ਤੋਂ ਪ੍ਰਭਾਵਿਤ ਸੀ। ਉਸ ਨੇ ਦੋਹਾਂ ਭਾਸ਼ਾਵਾਂ ਵਿੱਚ ਬੜੀ ਸ਼ਕਤੀਸ਼ਾਲੀ ਖੁੱਲ੍ਹੀ ਕਵਿਤਾ ਰਚੀ। ਜਿੱਥੇ ਭਾਈ ਵੀਰ ਸਿੰਘ ਪਰੰਪਰਾਵਾਦੀ ਸੀ ਤੇ ਸਿੱਖਾਂ ਦੇ ਸੁਨਹਿਰੀ ਭੂਤਕਾਲ ਦਾ ਪ੍ਰਸ਼ੰਸਕ ਸੀ, ਉੱਥੇ ਪੂਰਨ ਸਿੰਘ ਭਵਿੱਖਮੁਖੀ ਸੀ ਤੇ ਸਿੱਖਾਂ ਦੀ ਪੰਜਾਬੀ ਪਛਾਣ ਭਾਵ ਪੰਜਾਬੀਅਤ, ਸਿੱਖ ਗੁਰੂ ਸਾਹਿਬਾਨ ਦੀ ਰਚਨਾ ਦੀ ਵਿਸ਼ਾ ਵਿਆਪਕਤਾ ਤੇ ਮਨੁੱਖੀ ਤਕਦੀਰ ਘੜਨ ਵਿੱਚ ਸਵੈ ਮਹੱਤਵ ਤੇ ਜ਼ੋਰ ਦਿੰਦਾ ਸੀ। ਉਹਦੀਆਂ ਅੰਗਰੇਜ਼ੀ ਵਿੱਚ ਸਿਸਟਰਸ ਆਫ ਦੀ ਸਪਿਨਿੰਗ ਵੀਲ, ਪਾਥ ਆਫ ਲਾਈਫ ਐਂਡ ਸਪਿਰਿਟ ਬੋਰਨ ਪੀਪਲ ਵਧੇਰੇ ਪ੍ਰਸਿੱਧ ਹਨ। ਧਨੀ ਰਾਮ ਚਾਤ੍ਰਿਕ ਨੇ ਕਈ ਕਾਵਿ ਸੰਗ੍ਰਹਿ ਛਪਵਾਏ। ਉਹਦੇ ਗੀਤ ਪੰਜਾਬੀ ਬੋਲਚਾਲ ਦੀ ਸ਼ੈਲੀ ਨਾਲ ਭਰੇ ਤੂਸੇ ਪਏ ਹਨ, ਜਿਹੜੇ ਮੌਲਿਕ ਰਚਨਾ ਵਿੱਚ ਤਾਂ ਧੂਹ ਪਾਉਂਦੇ ਹਨ, ਪਰ ਉਹਨਾਂ ਦਾ ਅਨੁਵਾਦ ਕਰਨਾ ਬਹੁਤ ਮੁਸ਼ਕਿਲ ਹੈ। ਅੱਜ ਤੱਕ ਕਵਿਤਾ ਪ੍ਰਗਟਾਵੇ ਦਾ ਸਭ ਤੋਂ ਉੱਤਮ ਤੇ ਹਰਮਨ ਪਿਆਰਾ ਸਾਧਨ ਰਹੀ ਹੈ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਕਾਫੀ ਥਾਂ ਕਵਿਤਾ ਨੂੰ ਦਿੱਤੀ ਜਾਂਦੀ ਹੈ ਤੇ ਕਵੀ ਦਰਬਾਰਾਂ ਵਿੱਚ ਅਜੇ ਵੀ ਸਿਆਸੀ ਜਾਂ ਧਾਰਮਿਕ ਸਮਾਗਮਾਂ ਨਾਲੋਂ ਜ਼ਿਆਦਾ ਇਕੱਠ ਹੁੰਦਾ ਹੈ। ਪਰੰਤੂ ਬਹੁਤ ਸਾਰੀ ਨਵੀਂ ਕਵਿਤਾ ਦਾ ਪੱਧਰ ਸਧਾਰਨ ਹੈ। ਪਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੋ ਨਾਮ ਐਸੇ ਹਨ ਜੋ ਅਲੌਕਿਕ ਤੇ ਵੱਖਰੇ ਹਨ। ਮੋਹਨ ਸਿੰਘ ਦਾ ਸਾਵੇ ਪੱਤਰ ਨਾਲ ਬੜਾ ਸੰਭਾਵਨਾਪੂਰਨ ਆਰੰਭ ਹੋਇਆ ਤੇ ਉਹ ਛੇਤੀ ਹੀ ਨਵੇਂ ਕਵੀਆਂ ਵਿੱਚੋਂ ਸਰਵੋਤਮ ਮੰਨਿਆ ਗਿਆ। ਦੇਸ਼ ਦੀ ਵੰਡ ਪਿੱਛੋਂ ਉਸ ਦੀਆਂ ਮਗਰਲੀਆਂ ਰਚਨਾਵਾਂ ਦਾ ਝੁਕਾਅ ਖੱਬੇ ਪੱਖੀ ਵੱਲ ਹੈ, ਜਿਨ੍ਹਾਂ ਵਿੱਚ ਕਾਵਿ ਕਲਾ ਦੇ ਸਰੂਪ ਨਾਲੋਂ ਰਾਜਨੀਤਿਕ ਜਜ਼ਬਾ ਭਾਰੂ ਹੈ। ਇਹ ਉਹ ਬਿਮਾਰੀ ਹੈ ਜੋ ਉਹਨਾਂ ਬਹੁਤ ਸਾਰੇ ਯੁਵਕ ਲੇਖਕਾਂ ਨੂੰ ਚੰਬੜ ਗਈ ਜੋ ਆਪਣੇ ਆਪ ਨੂੰ ਅਗਾਂਹ-ਵਧੂ ਕਹਿੰਦੇ ਹਨ। ਮੋਹਨ ਸਿੰਘ ਦੇ ਸੰਬੰਧ ਵਿੱਚ ਮਾਰਕਸਵਾਦ ਦਾ ਜੋਸ਼ ਛੇਤੀ ਹੀ ਦਲਿਤ ਲੋਕਾਂ ਤੇ ਦੱਬੇ ਕੁਚਲੇ ਲੋਕਾਂ ਦਾ ਪੱਖ ਲੈਣ ਤੇ ਕੰਮ ਪ੍ਰਤੀ ਪ੍ਰੇਰਨਾ ਤੱਕ ਸੀਮਿਤ ਹੋ ਗਿਆ। ਉਹਦੀ ਕਵਿਤਾ ਵਿੱਚ ਫੇਰ ਇੱਕ ਵਾਰ ਪਹਿਲੀ ਕਵਿਤਾ ਵਾਲੀ
ਸੁਭਾਵਿਕ ਸੁੰਦਰਤਾ ਆ ਗਈ। ਚਿੱਟੇ ਚਾਨਣ ਦਾ ਦੁੱਧ ਡੁੱਲਿਆ ਤੇ ਮਟਕੀ ਭੱਜੀ ਹਨੇਰੇ ਦੀ। ਛੱਡ ਰਾਤਾਂ ਦੀਆਂ ਹਕਾਇਤਾਂ ਨੂੰ, ਕੋਈ ਗੱਲ ਕਰ ਨਵੇਂ ਸਵੇਰੇ ਦੀ। ਮੰਨ ਲਿਆ ਖਿਝਾਂ ਦੇ ਠੱਕੇ ਨੇ ਕੁਝ ਟਾਹਣ ਤੇ ਪੱਤਰ ਝਾੜ ਦਿੱਤੇ। ਗਮ ਛੱਡ ਦੇ ਮਵਾਤਿਆਂ ਦਾ ਭਰ ਝੋਲੀ ਸਜਰੇ ਖੇੜੇ ਦੀ। ਗਗਨਾਂ ਦੀ ਬੁੱਢੀ ਛੱਤ ਉੱਤੇ ਕਦ ਤੀਕ ਚਿੱਤਰ ਨੂੰ ਵਾਹੇਂਗਾ। ਆ ਜ਼ੁਲਫ ਸਵਾਰੀਏ ਧਰਤੀ ਦੀ, ਆ ਗੱਲ ਕਰੀਏ ਕੋਈ ਨੇੜੇ ਦੀ। ਅੰਮ੍ਰਿਤਾ ਪ੍ਰੀਤਮ ਦਾ ਜਨਮ 1919 ਵਿੱਚ ਹੋਇਆ। ਉਸ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ 17 ਸਾਲ ਦੀ ਉਮਰ ਵਿੱਚ ਛਪਵਾਇਆ ਸੀ। ਉਹਦੀਆਂ ਪਹਿਲੀਆਂ ਰਚਨਾਵਾਂ ਸਮਾਜਿਕ ਰਿਵਾਜਾਂ ਦੀਆਂ ਬੁਰਾਈਆਂ ਦੀ ਸਖਤ ਆਲੋਚਨਾ ਨਾਲ ਭਰਪੂਰ ਸਨ। ਭਾਵੇਂ ਉਸ ਨੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ, ਪ੍ਰੰਤੂ ਭਾਰਤੀ ਇਸਤਰੀ ਦੀ ਭੈੜੀ ਹਾਲਤ ਉਹਦੀ ਵਾਰਤਕ ਤੇ ਕਵਿਤਾ ਦਾ ਮੁੱਖ ਵਿਸ਼ਾ ਹੈ। ਉਸ ਦੀ ਰਚਨਾ ਹੌਲੀ ਹੌਲੀ ਪ੍ਰਫੁੱਲਿਤ ਹੋਈ ਹੈ, ਕਿਉਂਕਿ ਉਸ ਵਿਚਲਾ ਗੀਤਕਾਰ ਇਸਤਰੀਆਂ ਦੇ ਅਧਿਕਾਰ ਤੇ ਸਮਰਥਨ ਉੱਪਰ ਭਾਰੂ ਹੋ ਗਿਆ, ਪਰ ਉਹ ਨਾਰੀਵਾਦ ਦੀ ਹਮਾਇਤ ਵਿੱਚ ਉੱਕਾ ਚੁੱਪ ਵੀ ਨਹੀਂ ਹੋਈ। ਉਹ ਆਪਣੇ ਸਮਕਾਲੀ ਨਕਲੀ ਮਾਰਕਸਵਾਦੀਆਂ ਤੋਂ ਪ੍ਰਭਾਵਿਤ ਹੋਈ ਸੀ ਤੇ ਕਈ ਵਾਰ ਇੱਕ ਪ੍ਰਚਾਰਕ ਹੀ ਬਣ ਗਈ ਸੀ। 1943 ਦੇ ਬੰਗਾਲ ਦੇ ਅਕਾਲ ਤੇ ਭੁੱਖਮਰੀ ਸਮੇਂ ਉਸ ਨੇ ਐਲਾਨ ਕੀਤਾ ਕਿ ਪਿਆਰ ਤੇ ਸੁੰਦਰਤਾ ਦੀਆਂ ਗੱਲਾਂ ਵਿਹਲੇ ਸਮੇਂ ਤੇ ਵਿਹਲੇ ਲੋਕਾਂ ਦੀਆਂ ਗੱਲਾਂ ਹਨ। ਪਰ ਇੱਕ ਵਾਰ ਉਸ ਵਿਚਲੀ ਮਾਂ ਮਾਰਕਸਵਾਦ ਤੋਂ ਜਿੱਤ ਗਈ ਤੇ ਉਸ ਦੀਆਂ ਰਚਨਾਵਾਂ ਕ੍ਰੋਧ ਵਿੱਚ ਆ ਕੇ ਨਿੰਦਣ ਦੀ ਥਾਂ ਰੂਹ ਦੀਆਂ ਪੀੜਾਂ ਦੀ ਗੱਲ ਕਰਨ ਲੱਗੀਆਂ। ਉਹ ਆਪਣੇ ਸ਼ਬਦਾਂ ਵਿੱਚ ਭਾਰਤ ਦੇ ਦੁੱਖਾਂ ਦੀ ਤਵਾਰੀਖ ਬਣ ਗਈ। 1947 ਦੇ ਆਪਸੀ ਵਿਨਾਸ਼ਕਾਰੀ ਕਤਲਾਮ ਨੇ, ਜਿਸ ਵਿੱਚ ਭਾਰੀ ਗਿਣਤੀ ਵਿੱਚ ਮਨੁੱਖੀ ਜਾਨਾਂ ਮਾਰੀਆਂ ਗਈਆਂ, ਉਸ ਨੂੰ ਆਪਣੀ ਸਦੀਵੀ ਤੇ ਯਾਦਗਾਰੀ ਕਵਿਤਾ ਲਿਖਣ ਲਈ ਪ੍ਰੇਰਨਾ ਦਿੱਤੀ। ਉਸ ਨੇ ਵਾਰਿਸ ਸ਼ਾਹ ਨੂੰ ਸੰਬੋਧਿਤ ਹੋ ਕੇ ਕਬਰਾਂ 'ਚੋਂ ਉੱਠ ਕੇ ਆਪਣੇ ਮੁਲਕ ਦੀ ਤਬਾਹੀ ਵੇਖਣ ਲਈ ਵਗਾਰਿਆ। ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੀ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਵੇ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਰ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਰੁਝਾਨ ਭਾਵੁਕਤਾ ਤੇ ਰੋਮਾਂਸ ਵੱਲ ਹੋ ਗਿਆ ਹੈ, ਜਿਸ ਵਿੱਚ ਪ੍ਰਾਕਿਰਤਿਕ ਦ੍ਰਿਸ਼ਾਂ ਵੱਲ ਸੂਖਮ ਰਮਜ਼ਾਂ ਹਨ। ਬਹਾਰ ਦੀ ਰੁੱਤ ਫਿਰ ਆਈ ਹੈ, ਰੇਸ਼ਮੀ ਪੌਸ਼ਨਾਂ ਵਿੱਚ ਫੁੱਲ ਢਕੇ ਗਏ ਨੇ। ਰੰਗਾਂ ਦਾ ਤਿਉਹਾਰ ਆ ਗਿਆ ਹੈ, ਪਰ ਤੂੰ ਅਜੇ ਨਹੀਂ ਆਇਆ। ਦੇਹੋਂ ਲੰਮੇ ਹੋ ਗਏ, ਅੰਗੂਰਾਂ ਦੀਆਂ ਦਾਖਾਂ ਪੱਕੀਆਂ ਨੇ। ਦਾਤੀ ਨੇ ਕਣਕਾਂ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ, ਪਰ ਤੂੰ ਅਜੇ ਨਹੀਂ ਆਇਆ। ਅਰਸ਼ਾਂ ਉੱਪਰ ਬੱਦਲ ਛਾਏ ਨੇ, ਧਰਤੀ ਨੇ ਹੱਥ ਅੱਡੇ ਹੋਏ ਨੇ ਤੇ ਦਇਆ ਦੀ ਘੁੱਟ ਮੰਗ ਰਹੀ ਹੈ, ਪਰ ਤੂੰ ਅਜੇ ਨਹੀਂ ਆਇਆ। ਕਿਸੇ ਨੇ ਰੁੱਖਾਂ ਤੇ ਕੋਈ ਜਾਦੂ ਧੂੜ ਦਿੱਤਾ ਹੈ। ਪੌਣਾਂ ਦੀਆਂ ਬੁੱਲੀਆਂ ਜੋ ਵਣਾਂ ਜੰਗਲਾਂ ਨੂੰ ਚੁੰਮ ਰਹੀਆਂ, ਸ਼ਹਿਦ ਦੀਆਂ ਭਰੀਆਂ ਹੋਈਆਂ ਨੇ, ਪਰ ਤੂੰ ਅਜੇ ਨਹੀਂ ਆਇਆ। ਜਾਦੂ ਕਰਦੇ ਮੌਸਮ ਆਏ ਤੇ ਤੁਰ ਗਏ, ਕਈ ਚੰਦ ਗੁੰਦਦੇ ਪਏ ਨੇ। ਰਾਤ ਦੀਆਂ ਕਾਲੀਆਂ ਜ਼ੁਲਫਾਂ, ਪਰ ਤੂੰ ਅਜੇ ਨਹੀਂ ਆਇਆ। ਅੱਜ ਵੀ ਤਾਰੇ ਜ਼ਿੰਦਗੀ ਦੀ ਹਵੇਲੀ ਵਿੱਚ ਨਾ ਉਤਰੇ। ਰੂਪ ਦੇ ਦੀਵੇ ਅਜੇ ਵੀ ਲਟ ਲਟ ਬਲਦੇ, ਪਰ ਤੂੰ ਨਹੀਂ ਆਇਆ। ਸੂਰਜ ਦੀਆਂ ਕਿਰਨਾਂ ਵੀ ਸੁੱਤੀ ਰਾਤ ਨੂੰ ਡੂੰਘੀ ਨੀਂਦ 'ਚੋਂ ਜਗਾਉਂਦੀਆਂ ਰਹੀਆਂ। ਚੰਦ ਵੀ ਸਦਾ ਜਾਗਦਾ ਰਿਹਾ, ਪਰ ਤੂੰ ਨਾ ਆਇਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਗਲਪ ਰਚਨਾ ਵਿੱਚ ਉਹ ਪ੍ਰਸਿੱਧੀ ਪ੍ਰਾਪਤ ਨਹੀਂ ਕੀਤੀ ਜੋ ਉਸ ਨੂੰ ਕਵਿਤਾ ਵਿੱਚ ਮਿਲੀ ਹੈ। ਉਹਦੀ ਪਾਤਰ ਉਸਾਰੀ ਵਧੇਰੇ ਕਮਜ਼ੋਰ ਹੁੰਦੀ ਹੈ ਤੇ ਉਸ ਦੇ ਪਲਾਟ ਦੀ ਉਸਾਰੀ ਇਸ ਤਰ੍ਹਾਂ ਕੀਤੀ ਹੁੰਦੀ ਹੈ ਕਿ ਉਹ ਯਥਾਰਥਕ ਨਹੀਂ ਲੱਗਦੀ।
ਉਸ ਉੱਪਰ ਭਾਰਤੀ ਫਿਲਮ ਉਦਯੋਗ ਨੇ ਬਹੁਤ ਸਾਰੇ ਹੋਰ ਭਾਰਤੀ ਲੇਖਕਾਂ ਵਾਂਗ ਹੀ ਮਾੜਾ ਪ੍ਰਭਾਵ ਪਾਇਆ। ਉਹਨਾਂ ਦੇ ਨਾਵਲਾਂ ਦੇ ਕਥਾਨਕ ਵਿੱਚ ਗੀਤ ਇਸ ਤਰ੍ਹਾਂ ਘੁਸੇੜੇ ਗਏ ਹਨ ਤੇ ਪਾਤਰਾਂ ਨੂੰ ਇਸ ਤਰ੍ਹਾਂ ਵਿਖਾਇਆ ਗਿਆ ਹੈ ਜਿਵੇਂ ਉਹ ਆਮ ਜੀਵਨ ਵਿੱਚ ਹੁੰਦੇ ਹੀ ਨਹੀਂ। ਇਹ ਘਾਟਾਂ ਉਹਦੇ ਬੜੇ ਮਸ਼ਹੂਰ ਨਾਵਲ ਡਾਕਟਰ ਦੇਵ ਵਿੱਚ ਵੀ ਹਨ। ਅੰਮ੍ਰਿਤਾ ਦਾ ਨਾਵਲ ਪਿੰਜਰ ਸਭ ਤੋਂ ਵਧੀਆ ਹੈ। ਉਹ ਇੱਕ ਹਿੰਦੂ ਕੁੜੀ ਪੂਰੋ ਦੀ ਕਹਾਣੀ ਹੈ ਜਿਸ ਨੂੰ ਅਗਵਾ ਕਰਕੇ ਜ਼ਬਰਦਸਤੀ ਇੱਕ ਮੁਸਲਮਾਨ ਮੁੰਡੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਉਹਦੀ ਅਪਹਰਨਕਰਤਾ ਪ੍ਰਤੀ ਨਫ਼ਰਤ ਹੌਲੀ ਹੌਲੀ ਪਿਆਰ ਵਿੱਚ ਬਦਲ ਜਾਂਦੀ ਹੈ। ਉਹ ਦੋਵੇਂ ਇਕੱਠੇ ਹੀ ਹਿੰਦੂ ਸਿੱਖ ਸ਼ਰਨਾਰਥੀਆਂ ਨੂੰ ਪਾਕਿਸਤਾਨ ਤੋਂ ਭਾਰਤ ਨੱਠ ਕੇ ਜਾਣ ਵਿੱਚ ਸਹਾਇਤਾ ਕਰਦੇ ਹਨ। ਪੂਰੋ ਜੋ ਕਿ ਕਹਾਣੀ ਦਾ ਮੁੱਖ ਪਾਤਰ ਹੈ, ਅੰਮ੍ਰਿਤਾ ਉਸ ਰਾਹੀਂ ਹੀ ਸਮਾਜਿਕ ਰੀਤਾਂ, ਮਰਦਾਂ ਦੀ ਹਵਸ ਤੇ ਕਿਸਮਤ ਉੱਪਰ ਉਦਾਸੀਨ ਨਿਰਭਰਤਾ ਦਾ ਪ੍ਰਗਟਾਵਾ ਕਰਦੀ ਹੈ ਜੋ ਉਸ ਅਨੁਸਾਰ ਭਾਰਤੀ ਨਾਰੀ ਦੀ ਕਿਸਮਤ ਹੈ। ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦਾ ਇੱਕ ਸਮਕਾਲੀ ਨਾਸਤਕ ਸ਼ਾਇਰ ਦਰਸ਼ਨ ਸਿੰਘ ਅਵਾਰਾ ਕ੍ਰਾਂਤੀਕਾਰੀ ਸੀ ਕਿਉਂਕਿ ਉਹਦੀ ਇੱਛਾ ਅਨਪੜ੍ਹ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਸੀ। ਉਸ ਦੀਆਂ ਕਵਿਤਾਵਾਂ ਪ੍ਰਚਾਰ ਲਈ ਸਨ ਤੇ ਸਿਆਸੀ ਸਮਾਗਮਾਂ ਵਿੱਚ ਪੜ੍ਹੀਆਂ ਜਾਂਦੀਆਂ ਸਨ। 1920 ਵਿੱਚ ਪੈਦਾ ਹੋਇਆ ਹਰਭਜਨ ਸਿੰਘ ਇੱਕ ਵੱਖਰੀ ਸ਼ੈਲੀ ਦਾ ਲੇਖਕ ਹੈ ਜੋ ਨਵੀਂ ਸ਼ਬਦ ਚੋਣ ਤੇ ਸਰੋਦੀਪੁਣੇ ਕਾਰਨ ਉੱਘਾ ਹੋਇਆ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ ਅੱਧ ਰੈਣੀ, ਨਾ ਧੁੱਪੇ ਨਾ ਛਾਵੇਂ। ਨਵੇਂ ਝੁਕਾਵਾਂ ਲਈ ਲੇਖਕਾਂ ਦੀ ਆਧੁਨਿਕ ਪੀੜ੍ਹੀ ਚੋਂ ਦੋ ਨਵੇਂ ਸ਼ਾਇਰਾਂ ਦਾ ਜ਼ਿਕਰ ਕਰਨਾ ਉਚਿਤ ਲੱਗਦਾ ਹੈ। ਤਾਰਾ ਸਿੰਘ ਕਾਮਲ ਜੋ ਕਿੱਤੇ ਵਜੋਂ ਤਰਖਾਣ ਹੈ, ਉਹ ਰੂੜੀਵਾਦੀਆਂ ਉੱਪਰ ਹਮਲਾ ਕਰਨ ਵਾਲਿਆਂ ਚੋਂ ਪ੍ਰਤਿਨਿਧ ਸ਼ਾਇਰ ਹੈ। ਉਹ ਕਵੀ ਦਰਬਾਰਾਂ ਦਾ ਚਹੇਤਾ ਹੈ ਜਿੱਥੇ ਕਵੀ ਤੇ ਸਰੋਤੇ ਦਾ ਤਾਲਮੇਲ ਜ਼ਰੂਰੀ ਹੈ। ਉਸ ਦੀ ਤਕਨੀਕ ਦਾ ਆਦਰਸ਼ਕ ਨਮੂਨਾ ਹੈ ਉਹਦੀ ਕਵਿਤਾ ਪ੍ਰੇਮੀਆਂ ਦੀ ਦਸ਼ਾ, ਕੀ ਕੋਈ ਮਾਣ ਕਰੇ ਜੀਵਨ ਤੇ। ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁਲ ਐਨਾ ਚਿਰ ਮਿਲਿਆ, ਜੇਠ ਹਾੜ੍ਹ ਦੀ ਰੁੱਤੇ ਜਿਉਂ ਥਲ ਭੁੱਜਦੇ ਸਿਖਰ ਦੁਪਹਿਰੇ। ਇੱਕ ਕਿਣਕੇ ਦੇ ਉੱਤੋਂ ਅੱਕ ਕੁਕੜੀ ਦਾ ਫੰਬਾ ਉੱਡਦਾ, ਪਲ ਛਿਣ ਛਾਂ ਕਰ ਜਾਵੇ। ਹੇ ਮੇਰੀ ਸਰਗੀ ਮੁਖ ਚੰਨੀਏ, ਯਾਦ ਤੇਰੀ ਮੈਂ ਸਾਂਭ ਕੇ ਇੰਜ ਦਿਲ ਅੰਦਰ ਰੱਖੀ, ਜਿਉਂ ਸਿਆਲੀ ਰੁੱਤੇ ਟੁੱਟੇ ਹੋਏ ਛੱਪਰ ਦੇ ਉੱਤੇ ਮੀਂਹ ਗੜੇ ਦਾ ਵਰਦਾ। ਛੱਪਰ ਹੋਵੇ ਥੱਲੇ ਇੱਕ ਮੁਸਾਫਿਰ ਬੈਠਾ ਅੱਗ ਬਾਲ ਕੇ, ਤ੍ਰਿਪਤ ਤ੍ਰਿਪਤ ਚੋਂਦੇ ਮੀਂਹ ਦੇ ਟੇਪਿਓਂ ਨਿੱਘ ਬਚਾਵਣ ਖਾਤਰ। ਰੋਕ ਪਿੱਠ ਤੇ ਗੰਧਲਾ ਪਾਣੀ ਅੱਗ ਤੇ ਝੁਕਿਆ ਹੋਵੇ। ਸ਼ਿਵ ਕੁਮਾਰ ਬਟਾਲਵੀ। ਪੰਜਾਬੀ ਸਾਹਿਤ ਆਕਾਸ਼ ਤੇ ਇੱਕ ਧੂਮ ਕੇਤੂ ਵਾਂਗ ਪ੍ਰਗਟ ਹੋਇਆ। ਉਹ ਇੱਕ ਲੰਪਟ ਨੌਜਵਾਨ ਸੀ ਜਿਸ ਦੀਆਂ ਜੜ੍ਹਾਂ ਪਿੰਡ ਦੀ ਰੂੜੀਆਂ ਵਿੱਚ ਸਨ ਤੇ ਉਹ ਮਿਥਿਹਾਸ ਤੇ ਲੋਕਯਾਨ ਵਿੱਚ ਪੂਰੀ ਤਰ੍ਹਾਂ ਡੁੱਬਾ ਹੋਇਆ ਸੀ। ਉਹ ਜਮਾਂਦਰੂ ਕਵੀ ਸੀ। ਜੋ ਵੀ ਉਸਨੇ ਲਿਖਿਆ ਸਰੋਦੀ ਸ਼ਾਹਕਾਰ ਬਣ ਗਿਆ। ਉਸ ਦੀ ਵਧੀਆ ਰਚਨਾ ਲੂਣਾ ਸੀ ਜੋ ਰਾਜੇ ਸਲਵਾਨ ਦੇ ਪੁੱਤਰ ਰਾਜਕੁਮਾਰ ਪੂਰਨ ਭਗਤ ਦੀ ਕਹਾਣੀ ਤੇ ਆਧਾਰਿਤ ਸੀ। ਮਹਾਂਕਾਵਿ ਵਿੱਚ ਪੂਰਨ ਲੂਣਾ ਦੀ ਮੰਦੀ ਭਾਵਨਾ ਨੂੰ ਠੁਕਰਾਇਆ ਹੈ ਤੇ ਉਹ ਆਪਣੇ ਬੁੱਢੇ ਪਤੀ ਨੂੰ ਉਕਸਾਉਂਦੀ ਹੈ ਕਿ ਉਹ ਉਸ ਤੇ ਉਸ ਨੇ ਮੰਦੀ ਨਜ਼ਰ ਕੀਤੀ ਹੈ, ਇਸ ਲਈ ਉਸ ਨੂੰ ਉਹ ਸਜ਼ਾ ਦੇਵੇ। ਸ਼ਿਵ ਕੁਮਾਰ ਬਟਾਲਵੀ ਦੇ ਬਿਰਤਾਂਤ ਵਿੱਚ ਲੂਣਾ ਖਲਨਾਇਕ ਦੀ ਥਾਂ ਇੱਕ ਅਜਿਹੀ ਨਰੋਈ ਇਸਤਰੀ ਵਿਖਾਈ ਗਈ ਹੈ ਜੋ ਆਪਣੇ ਬੁੱਢੇ ਪਤੀ ਦੀ ਨਾਮਰਦੀ ਕਾਰਨ ਨਿਰਾਸ਼ ਹੋ ਜਾਂਦੀ ਹੈ ਤੇ ਉਹ ਆਪਣੇ ਮਤਰੇਏ ਖੂਬਸੂਰਤ ਪੁੱਤਰ ਦੀ ਤਾਂਘ ਕਰਦੀ ਹੈ। ਲੂਣਾ ਦੀ ਤੁਰੰਤ ਹੀ ਪ੍ਰਸਿੱਧੀ ਹੋ ਗਈ। ਸ਼ਿਵ ਸਾਹਿਤ ਅਕਾਦਮੀ ਦਾ ਇਨਾਮ ਲੈਣ ਵਾਲਾ 1967 ਵਿੱਚ ਸਭ ਤੋਂ ਛੋਟੀ ਉਮਰ ਦਾ ਲੇਖਕ ਸੀ। ਉਹ 37 ਸਾਲ ਦੀ ਉਮਰ ਤੋਂ ਪਹਿਲਾਂ ਹੀ ਸ਼ਰਾਬ ਪੀ ਪੀ ਕੇ ਮਰ ਗਿਆ। ਉਸ ਨੇ ਲਿਖਿਆ ਕਿ ਮਰਨ ਦਾ ਸਭ ਤੋਂ ਵਧੀਆ ਸਮਾਂ ਜੋਬਨ ਰੁੱਤ ਹੈ। ਸਾਹਿਤਕ
ਪੱਤਰ, ਗਲਪ ਤੇ ਨਾਟਕ। ਪੰਜਾਬੀ ਵਾਰਤਕ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਮਾਸਿਕ ਰਸਾਲੇ ਦੇ ਸੰਪਾਦਕ ਤੇ ਡਾਕਟਰ ਬਲਬੀਰ ਸਿੰਘ ਹਨ, ਜੋ ਭਾਈ ਵੀਰ ਸਿੰਘ ਦੇ ਛੋਟੇ ਭਰਾ ਸਨ। ਗੁਰਬਖਸ਼ ਸਿੰਘ ਦਾ ਕਮਿਊਨਿਸਟ ਪਾਰਟੀ ਨਾਲ ਬੜਾ ਨੇੜਲਾ ਸੰਬੰਧ ਸੀ ਤੇ ਉਸ ਦਾ ਪੰਜਾਬੀ ਦੇ ਨੌਜਵਾਨ ਲੇਖਕਾਂ 'ਤੇ ਬੜਾ ਪ੍ਰਭਾਵ ਸੀ। ਉਸ ਦੀ ਜ਼ਾਹਰਾ ਤੌਰ 'ਤੇ ਉਪਦੇਸ਼ਾਤਮਕ ਤੇ ਪ੍ਰਚਾਰਕ ਲੇਖਣੀ ਆਪਣੀ ਸ਼ੈਲੀ ਦੀ ਰਵਾਨੀ ਤੇ ਸ਼ਬਦ ਚੋਣ ਕਾਰਨ ਸਭ ਘਾਟਾ ਪੂਰਾ ਕਰ ਦਿੰਦੀ ਸੀ। ਗੁਰਬਖਸ਼ ਸਿੰਘ ਨੇ ਨਾਵਲ, ਨਾਟਕ, ਛੋਟੀਆਂ ਕਹਾਣੀਆਂ ਤੇ ਲੇਖ ਲਿਖੇ। ਡਾਕਟਰ ਬਲਬੀਰ ਸਿੰਘ ਆਪਣੇ ਭਰਾ ਵਾਂਗ ਪੂਰੀ ਤਰ੍ਹਾਂ ਧਾਰਮਿਕ ਵੀ ਸੀ ਤੇ ਉਹ ਸਾਰੇ ਸਮਕਾਲੀ ਸਿੱਖ ਲੇਖਕਾਂ ਨਾਲੋਂ ਵਧੇਰੇ ਪੜ੍ਹੇ ਲਿਖੇ ਤੇ ਵਿਦਵਾਨ ਸਨ। ਉਸ ਦੇ ਲੇਖਾਂ ਵਿੱਚੋਂ ਯੂਰਪੀ ਤੇ ਸੰਸਕ੍ਰਿਤ ਸਾਹਿਤ ਬਾਰੇ ਗਿਆਨ ਝਲਕਦਾ ਹੈ ਤੇ ਉਹ ਲੇਖਾਂ ਵਿੱਚ ਵੀ ਸਰਲ ਤੇ ਅਸ਼ੋਭ ਪੰਜਾਬੀ ਦੀ ਵਰਤੋਂ ਕਰਦੇ ਹਨ। ਉਸ ਨੇ ਕਲਮ ਦੀ ਕਰਾਮਾਤ ਤੇ ਲੰਮੀ ਨਦਰ ਦੋ ਲੇਖ ਸੰਗ੍ਰਹਿ ਛਪਵਾਏ ਹਨ ਤੇ ਦੋਹਾਂ ਦੀਆਂ ਆਲੋਚਕਾਂ ਨੇ ਸ਼ਲਾਘਾ ਕੀਤੀ ਹੈ। ਨਾਵਲ ਦੀ ਇੱਕ ਸਾਹਿਤ ਰੂਪ ਵਿੱਚ ਰਚਨਾ ਪੰਜਾਬੀ ਵਿੱਚ ਮਗਰੋਂ ਸ਼ੁਰੂ ਹੋਈ। ਸਭ ਤੋਂ ਉੱਘਾ ਨਾਵਲ ਲੇਖਕ ਨਾਨਕ ਸਿੰਘ ਸੀ, ਜਿਸ ਨੇ 2 ਦਰਜਨ ਤੋਂ ਵੱਧ ਨਾਵਲ ਲਿਖੇ ਤੇ ਅਜੇ ਤੱਕ ਵੀ ਉਹ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ਉਹਦੀ ਭਾਸ਼ਾ ਘੱਟ ਪੜ੍ਹੇ ਲਿਖੇ ਭਾਰਤੀਆਂ ਵਾਲੀ ਹੈ, ਜਿਸ ਦੇ ਵਿੱਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਹੋਈ ਹੈ। ਉਸ ਦੇ ਕਥਾਨਕਾਂ ਦੀ ਗੋਦ ਸੁਭਾਵਿਕ ਨਹੀਂ, ਮੌਕਾ ਮੇਲ ਦੀਆਂ ਜੁਗਤਾਂ ਨਾਲ ਬਣਾਈ ਗਈ ਹੁੰਦੀ ਹੈ। ਪੰਜਾਬੀ ਸਾਹਿਤ ਦੀ ਮਹੱਤਵਪੂਰਨ ਪ੍ਰਾਪਤੀ ਛੋਟੀ ਕਹਾਣੀ ਦੇ ਖੇਤਰ ਵਿੱਚ ਹੈ। ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਪੰਜਾਬੀ ਲੇਖਕ ਪੁਰਾਣਕ ਕਥਾਵਾਂ ਦੀ ਪਰੰਪਰਾ ਵਿਕਸਿਤ ਕਰਨ ਦੇ ਸਮਰੱਥ ਹੋ ਗਿਆ। ਸੰਤ ਸਿੰਘ ਸੇਖੋਂ ਨੇ ਸਿੱਧੇ ਸਪਾਟ ਬਿਆਨ ਤੇ ਵਰਣਨ ਵਿਧੀ ਦਾ ਤਿਆਗ ਕਰਕੇ ਸੰਕੇਤ, ਸਵੈ ਸੰਬੰਧਨ ਵਿਧੀ ਤੇ ਘੱਟ ਬਿਆਨੀ ਦੀ ਵਰਤੋਂ ਕੀਤੀ ਹੈ। ਕਰਤਾਰ ਸਿੰਘ ਦੁੱਗਲ ਪੰਜਾਬੀ ਕਹਾਣੀ ਦਾ ਪ੍ਰਮੁੱਖ ਲੇਖਕ ਹੈ। ਉਸ ਨੇ ਪੰਜਾਬੀ ਸਾਹਿਤ ਵਿੱਚ ਰਾਵਲਪਿੰਡੀ ਜ਼ਿਲ੍ਹੇ ਦੀ ਉਪਭਾਸ਼ਾ ਦੀ ਵਰਤੋਂ ਕੀਤੀ ਹੈ। ਉਸ ਦੇ ਕਹਾਣੀ ਸੰਗ੍ਰਹਿ ਸਵੇਰ ਸਾਰ ਤੇ ਨਵਾਂ ਘਰ ਧਿਆਨਯੋਗ ਹਨ। ਇਸ ਤਰ੍ਹਾਂ ਹੀ ਕੁਲਵੰਤ ਸਿੰਘ ਵਿਰਕ ਨੇ ਆਪਣੀ ਛੋਟੀ ਕਹਾਣੀ ਵਿੱਚ ਮਾਝੇ ਦੇ ਜੱਟਾਂ ਦੀ ਉਪਭਾਸ਼ਾ ਦੀ ਵਰਤੋਂ ਕੀਤੀ ਹੈ। ਵਿਰਕ ਦੀਆਂ ਮਗਰਲੀਆਂ ਕਹਾਣੀਆਂ ਕੁਝ ਨਫੀਸ ਹੋ ਗਈਆਂ ਹਨ ਤੇ ਉਸ ਨੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਨਿਮਨ ਵਰਗ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਅਜੀਤ ਕੌਰ ਦੇ ਆਉਣ ਨਾਲ ਕਹਾਣੀ ਲਿਖਣ ਦੀ ਸ਼ੈਲੀ ਵਿੱਚ ਮਹੱਤਵਪੂਰਨ ਆਧੁਨਿਕਤਾ ਆਈ ਹੈ। ਉਸ ਦੇ ਕਈ ਲਘੂ ਨਾਵਲ ਤੇ ਕਹਾਣੀ ਸੰਗ੍ਰਹਿਆਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਅਨੁਵਾਦ ਪ੍ਰਤਿਸ਼ਠਾਵਾਨ ਰਸਾਲਿਆਂ ਵਿੱਚ ਛਪੇ ਹਨ। ਉਹਦੀਆਂ ਰਚਨਾਵਾਂ ਵਿੱਚ ਸੰਖੇਪਤਾ, ਵਿਅੰਗ ਤੇ ਬੁੱਧੀਮਤਾ ਤੇ ਹਾਜ਼ਰ ਜਵਾਬੀ ਤੇ ਨਿਯੰਤਰਣ ਅਧੀਨ ਕਰੁਣਾ ਹੈ ਤੇ ਉਸ ਦੀ ਵਾਰਤਕ ਅਤਕਥਨੀ, ਮੁਬਾਲਗਾ, ਆਮੇਸ਼ੀ ਤੇ ਬਣਾਵਟ ਤੋਂ ਮੁਕਤ ਹੈ। ਪਹਿਲੀ ਵਾਰ ਅਸੀਂ ਉਹਦੀਆਂ ਕਹਾਣੀਆਂ ਵਿੱਚ ਮਨੁੱਖੀ ਜਜ਼ਬੇ ਤੇ ਸਰੀਰਕ ਸੰਬੰਧਾਂ ਦਾ ਪ੍ਰਗਟਾਓ ਸਪਸ਼ਟ ਰੂਪ ਵਿੱਚ ਵੇਖਦੇ ਹਾਂ। ਉਹਦੀ ਸਵੈ ਜੀਵਨੀ, ਉਹਦੀ ਟੁੱਟੀ ਸ਼ਾਦੀ, ਉਹਦੀ ਛੋਟੀ ਬੇਟੀ ਦੀ ਮੌਤ ਤੇ ਪੈਸੇ ਦੇ ਗੁਲਾਮ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਛੁੱਟੜ ਦੇ ਜਿਉਂਦੇ ਰਹਿਣ ਦੇ ਸੰਘਰਸ਼ ਦੀ ਗਾਥਾ ਹੈ। ਇਸ ਉੱਪਰ ਉਸ ਨੂੰ 1988 ਈਸਵੀ ਵਿੱਚ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਪੰਜਾਬੀ ਸਾਹਿਤ ਦਾ ਸਭ ਤੋਂ ਅਣਗੌਲਿਆ ਪਹਿਲੂ ਪੰਜਾਬੀ ਨਾਟਕ ਹੈ। ਪੰਜਾਬ ਨੇ ਹੁਣੇ-ਹੁਣੇ ਹੀ ਚੰਡੀਗੜ੍ਹ ਵਿੱਚ ਪਹਿਲਾ ਸਹੀ ਰੰਗ-ਮੰਚ ਬਣਾਇਆ। ਇਸ ਦੇ ਅਜੇ ਵੀ ਪੇਸ਼ਾਵਰ ਅਦਾਕਾਰ ਜਾਂ ਨਿਰਮਾਤਾ ਨਹੀਂ ਹਨ। ਪੰਜਾਬੀ ਨਾਟਕ ਰਚਨਾ ਪ੍ਰਸਾਰਣ ਤੱਕ ਹੀ ਸੀਮਿਤ ਹੈ ਜਾਂ ਇਸ ਨੂੰ ਕਲਾ ਪ੍ਰੇਮੀ ਸ਼ੌਕ ਵਜੋਂ ਨਾਟਕ ਉਤਸਵਾਂ ਦੇ ਸਮੇਂ ਖੇਡਦੇ ਹਨ। ਫਿਰ ਵੀ ਬਲਵੰਤ ਗਾਰਗੀ ਦੇ ਕੁਝ ਨਾਟਕ ਅਨੁਵਾਦ ਹੋਏ ਹਨ ਤੇ ਸੋਵੀਅਤ ਯੂਨੀਅਨ, ਸੰਯੁਕਤ ਰਾਜ ਕੈਨੇਡਾ ਤੇ ਦੂਰਦਰਸ਼ਨ ਤੇ ਖੇਡੇ ਗਏ ਹਨ। ਪੰਜਾਬੀ ਦੀਆਂ ਸੰਭਾਵਨਾਵਾਂ ਤੇ ਭਵਿੱਖ।
ਬਹੁਤ ਸਾਰੇ ਸਿੱਖ ਸਿਆਸਤਦਾਨ ਕਦੇ ਨਾ ਕਦੇ ਲਿਖਦੇ ਰਹੇ ਹਨ ਜਾਂ ਕਵਿਤਾ ਕਹਿੰਦੇ ਰਹੇ ਹਨ, ਜਿਵੇਂ ਮਿਸਾਲ ਦੇ ਤੌਰ 'ਤੇ ਮਾਸਟਰ ਤਾਰਾ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਸੋਹਣ ਸਿੰਘ ਜੋਸ਼, ਹੀਰਾ ਸਿੰਘ ਦਰਦ, ਤੇਜਾ ਸਿੰਘ ਸੁਤੰਤਰ। ਉਹਨਾਂ ਨੇ ਨਾਵਲ, ਛੋਟੀਆਂ ਕਹਾਣੀਆਂ ਜਾਂ ਕਾਵਿ ਸੰਗ੍ਰਹਿ ਰਚੇ। ਇਸ ਸਾਹਿਤਕ ਮੱਸ ਤੇ ਮੁਹਾਰਤ ਕਾਰਨ ਉਹ ਪੰਜਾਬੀ ਦੀ ਸਰਕਾਰੀ ਭਾਸ਼ਾ ਵਜੋਂ ਮਾਨਤਾ ਉੱਪਰ ਜ਼ੋਰ ਦਿੰਦੇ ਰਹੇ ਤੇ ਉਹਨਾਂ ਨੇ ਪੰਜਾਬੀ ਬੋਲਦੇ ਖੇਤਰ ਤੇ ਪੰਜਾਬੀ ਅਕਾਦਮੀ ਦੀ ਸਥਾਪਨਾ ਲਈ ਯਤਨ ਕੀਤੇ। ਸਰਕਾਰੀ ਮਾਨਤਾ ਨੇ ਇਸ ਨੂੰ ਪਿਆ ਉਹ ਘਾਟਾ ਪੂਰਾ ਕਰ ਦਿੱਤਾ ਹੈ ਜੋ ਉਰਦੂ ਨੂੰ ਪਾਕਿਸਤਾਨ ਦੀ ਤੇ ਹਿੰਦੁਸਤਾਨ ਵਿੱਚ ਹਿੰਦੀ ਦੀ ਸਰਪ੍ਰਸਤੀ ਨਾਲ ਇਸ ਨੂੰ ਪਿਆ। ਪੰਜਾਬੀ ਸਾਹਿਤ ਮੁੱਖ ਤੌਰ 'ਤੇ ਗੁਰਮੁਖੀ ਲਿਪੀ ਵਿੱਚ ਲਿਖ ਰਹੇ ਸਿੱਖ ਲੇਖਕਾਂ 'ਤੇ ਹੀ ਨਿਰਭਰ ਕਰਦਾ ਹੈ। ਵਧੇਰੇ ਟਕਸਾਲੀ ਭਾਸ਼ਾ ਦੀ ਵਰਤੋਂ ਨਾਲ ਉਪ-ਭਾਸ਼ਾਵਾਂ ਖਤਮ ਹੋ ਰਹੀਆਂ ਹਨ। ਪੰਜਾਬੀ ਭਾਸ਼ਾ ਵਿੱਚੋਂ ਇਹਦੀ ਪੇਂਡੂ ਸ਼ਕਤੀ ਅਲੋਪ ਹੋ ਰਹੀ ਹੈ। ਇਹ ਘਾਟਾਂ ਦੂਸਰੀਆਂ ਭਾਸ਼ਾਵਾਂ 'ਚੋਂ ਕਲਾਸਕੀ ਅਨੁਵਾਦਾਂ ਤੇ ਵਿਦੇਸ਼ ਸੰਕਲਪਾਂ ਤੇ ਸਾਹਿਤਕ ਰੂਪਾਂ ਦੇ ਸੰਚਾਰ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਲੇਖਕਾਂ ਨੂੰ ਹਿੰਦੀ, ਉਰਦੂ, ਅੰਗਰੇਜ਼ੀ ਤੇ ਫਰਾਂਸੀਸੀ 'ਚੋਂ ਕੀਤੀ ਅਨੁਵਾਦਾਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਸਮਕਾਲੀ ਨੀਵੇਂ ਸਤਰ ਦੀਆਂ ਰਚਨਾਵਾਂ ਕਾਰਨ ਨਵੇਂ ਸਿਧਾਂਤਵਾਦੀ ਆਲੋਚਕਾਂ ਨੇ ਪ੍ਰਸ਼ੰਸਾ ਕਰਨ ਤੋਂ ਉੱਪਰ ਉੱਠ ਕੇ ਨਾਵਲਕਾਰਾਂ ਤੇ ਸ਼ਾਇਰਾਂ ਤੋਂ ਵਧੀਆ ਰਚਨਾਵਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਖਮੀਰ ਵਿੱਚ ਉਬਾਲਾ ਆ ਰਿਹਾ ਹੈ ਤੇ ਪੰਜਾਬੀ ਸਾਹਿਤ ਵਿੱਚ ਪੁਨਰ ਜਾਗ੍ਰਿਤੀ ਦਾ ਯੁੱਗ ਆਉਣ ਵਾਲਾ ਹੈ। ਸਿੱਖ ਚਿੱਤਰਕਲਾ। ਜਦੋਂ ਸਿੱਖਾਂ ਹੱਥ ਤਾਕਤ ਆਈ ਤਾਂ ਚਿੱਤਰਕਲਾ ਦੀ ਸਿੱਖ ਸ਼ੈਲੀ ਉਤਪੰਨ ਹੋ ਗਈ। ਮੁੱਢਲੇ ਪੜਾਵਾਂ ਵਿੱਚ ਤਾਂ ਇਹ ਖੁਸ਼ਨਵੀਸਾਂ ਜਾਂ ਸੁਲੇਖਕਾਂ 'ਤੇ ਹੀ ਜ਼ਿਆਦਾ ਕਰਕੇ ਆਧਾਰਿਤ ਸੀ ਜੋ ਸੁੰਦਰ ਗੁਟਕੇ ਨਿਤਨੇਮ ਲਈ ਤਿਆਰ ਕਰਦੇ ਸਨ। ਇਸ ਦੇ ਪੰਨਿਆਂ ਨੂੰ ਫੁੱਲਾਂ ਦੇ ਨਮੂਨਿਆਂ ਤੇ ਢੁਕਵੇਂ ਪੰਨਿਆਂ ਤੇ ਗੁਰੂ ਸਾਹਿਬਾਨ ਦੇ ਚਿੱਤਰਾਂ ਨਾਲ ਸ਼ਿੰਗਾਰਿਆ ਜਾਂਦਾ ਸੀ। ਇਹਨਾਂ ਵਿੱਚ ਬਹੁਤੇ ਚਿੱਤਰਕਾਰ ਉਹ ਢੰਗ ਤਰੀਕੇ ਤੇ ਸਾਂਚੇ ਅਪਣਾਉਂਦੇ ਸਨ ਜੋ ਕੁੱਲੂ ਕਾਂਗੜਾ ਤੇ ਬਸੋਲੀ ਦੀਆਂ ਪਹਾੜੀਆਂ ਵਿੱਚ ਰਾਜਪੂਤ ਮੁਖੀਆਂ ਦੀ ਸਰਪ੍ਰਸਤੀ ਹੇਠ ਕਲਾਕਾਰਾਂ ਨੇ ਵਿਕਸਿਤ ਕੀਤੇ ਸਨ। ਜਦੋਂ ਪੰਜਾਬ ਵਿੱਚ ਸਿੱਖ ਹਾਕਮ ਬਣੇ ਤਾਂ ਉਹ ਵਹੀਰਾਂ ਘੱਤ ਕੇ ਪੰਜਾਬ ਵਿੱਚ ਸਿੱਖ ਸਰਦਾਰਾਂ ਦੇ ਦਰਬਾਰ ਵਿੱਚ ਪਹੁੰਚ ਗਏ। ਧਾਰਮਿਕ ਵਿਸ਼ਿਆਂ ਦੇ ਨਾਲ ਨਾਲ ਉਹ ਆਪਣੇ ਸਰਪ੍ਰਸਤਾਂ ਦੇ ਚਿੱਤਰ ਵੀ ਬਣਾਉਂਦੇ ਸਨ ਤੇ ਉਹ ਬਹੁਤੀ ਵਾਰੀ ਆਪਣੇ ਸਰਪ੍ਰਸਤਾਂ ਦੇ ਆਨੰਦ ਲਈ ਕਾਮ ਉਤੇਜਕ ਚਰਿੱਤਰ ਵੀ ਬਣਾਉਂਦੇ ਸਨ। ਬਹੁਤ ਸਾਰੇ ਸਿੱਖ ਸਰਦਾਰਾਂ ਨੇ ਕਲਾਕਾਰਾਂ ਨੂੰ ਆਪਣੇ ਮਹਿਲਾਂ ਵਿੱਚ ਮੋਹਰਾਕਸ਼ੀ ਦਾ ਕੰਮ ਵੀ ਸੌਂਪ ਦਿੱਤੇ ਸਨ। ਮਹਾਰਾਜਾ ਰਣਜੀਤ ਸਿੰਘ ਬਾਵਜੂਦ ਆਪਣੀ ਅਸੱਭਿਅਕ ਪਾਲਣ ਪੋਸ਼ਣ ਦੇ ਕਲਾ ਦੀ ਸਰਪ੍ਰਸਤੀ ਬੜੀ ਉਦਾਰਤਾ ਨਾਲ ਕਰਦਾ ਸੀ। ਜਦੋਂ ਉਸਨੇ ਕਾਂਗੜੇ ਦੇ ਸੰਸਾਰ ਚੰਦ ਨੂੰ 1809 ਵਿੱਚ ਫਤਿਹ ਕਰ ਲਿਆ ਤਾਂ ਪੰਜਾਬ ਦੇ ਮੈਦਾਨਾਂ ਵੱਲ ਚਿੱਤਰਕਾਰ ਹਿਜਰਤ ਕਰਨ ਲੱਗੇ। ਰਣਜੀਤ ਸਿੰਘ ਵਾਂਗ ਹੀ ਹਰੀ ਸਿੰਘ ਨਲਵਾ, ਊਨਾ ਦੇ ਬੇਦੀ, ਅਟਾਰੀ ਵਾਲੇ ਸਰਦਾਰ ਤੇ ਕਪੂਰਥਲੇ ਦਾ ਰਾਜਾ ਸਭ ਹੀ ਚਿੱਤਰਕਲਾ ਵਿੱਚ ਰੁਚੀ ਲੈਣ ਲੱਗੇ ਤੇ ਉਹਨਾਂ ਨੇ ਕਲਾਕਾਰਾਂ ਨੂੰ ਪੁਸਤਕਾਂ, ਤਸਵੀਰਾਂ ਤੇ ਮੋਹਰਾਕਸ਼ੀ ਦੇ ਕੰਮ ਸੌਂਪ ਦਿੱਤੇ। ਰਣਜੀਤ ਸਿੰਘ ਨੇ ਉਹਨਾਂ ਕਲਾਕਾਰਾਂ ਨੂੰ ਅੰਮ੍ਰਿਤਸਰ ਵਿੱਚ ਮੋਹਰਾਕਸ਼ੀ ਤੇ ਹੋਰ ਸਜਾਵਟੀ ਕਾਰਜਾਂ ਤੇ ਲਾਇਆ। ਸਭ ਤੋਂ ਉੱਘਾ ਸ਼ਿਲਪਕਾਰ ਕੇਹਰ ਸਿੰਘ ਸੀ। ਦਰਬਾਰ ਸਾਹਿਬ ਵਿੱਚ ਮੋਹਰਾਕਸ਼ੀ ਤੇ ਸੰਗਮਰਮਰ ਉੱਪਰ ਫੁੱਲ ਬੂਟੇ ਦਾ ਕੰਮ ਉਸ ਆਦਮੀ ਨੇ ਹੀ ਕੀਤਾ ਸੀ। ਦਰਬਾਰ ਸਾਹਿਬ ਦੇ ਚਿੱਤਰਕਾਰ ਨੇ ਹੀ ਲਾਹੌਰ ਵਿੱਚ ਰਣਜੀਤ ਸਿੰਘ ਦੀ ਸਮਾਧ ਉੱਪਰ ਵੀ ਕੰਮ ਕੀਤਾ ਸੀ। ਕੇਹਰ ਸਿੰਘ ਨੇ ਨਕਾਸ਼ਾਂ ਦੀ ਸੰਸਥਾ ਨੂੰ ਜਨਮ ਦਿੱਤਾ ਜਿਸ ਨੇ ਦਰਬਾਰ ਸਾਹਿਬ ਦੇ ਕਈ ਉਪ ਅੰਗਾਂ ਵਿੱਚ ਕੰਮ ਕੀਤਾ। ਉਹ ਕਾਰਟੂਨ ਬਣਾਉਣ ਵਿੱਚ ਵੀ ਮਾਹਿਰ ਸੀ। ਉਸ ਨੇ ਨਿਹੰਗਾਂ ਤੇ ਪੰਜਾਬੀ ਪੇਂਡੂਆਂ ਦੇ ਚਿੱਤਰ ਬਣਾਏ। ਕੇਹਰ ਸਿੰਘ ਦੀ ਪਰੰਪਰਾ ਨੂੰ ਗਿਆਨ ਸਿੰਘ ਤੇ ਉਹਦੇ ਪੁੱਤਰਾਂ ਨੇ ਕਾਇਮ ਰੱਖਿਆ। ਉਹਨਾਂ ਨੇ ਦਰਬਾਰ ਸਾਹਿਬ ਵਿੱਚ ਕੰਮ ਕਰਦਿਆਂ ਜੀਵਨ ਹੀ ਲੇਖੇ ਲਾ ਦਿੱਤਾ। ਭਾਰਤੀ ਚਿੱਤਰਕਲਾ ਵਿੱਚੋਂ ਆਧੁਨਿਕ ਸਮੇਂ ਦੀ ਸਭ ਤੋਂ ਉੱਘੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਸੀ। ਉਹ ਸੁੰਦਰ ਸਿੰਘ ਮਜੀਠੀਆ ਦੇ ਵੱਡੇ ਭਰਾ ਉਮਰਾਓ ਸਿੰਘ ਤੇ ਉਹਦੀ ਹੰਗਰੀ ਦੀ ਜੰਮਪਲ ਪਤਨੀ ਦੀ ਬੇਟੀ ਸੀ।
ਉਸ ਨੇ ਪੈਰਿਸ ਵਿੱਚ ਕਲਾ ਸਿਖਲਾਈ ਪ੍ਰਾਪਤ ਕੀਤੀ ਤੇ ਉਹਦੇ ਮੁੱਢਲੇ ਕੰਮਾਂ ਵਿੱਚ ਫਰਾਂਸੀਸੀ ਉਸਤਾਦਾਂ ਖਾਸ ਕਰਕੇ ਗੌਗਿਨ ਦਾ ਪ੍ਰਭਾਵ ਸੀ। ਜਦੋਂ ਉਹ ਭਾਰਤ ਆਈ ਤਾਂ ਉਸ ਨੇ ਯੂਰਪੀ ਤਕਨੀਕ ਤੋਂ ਖਹਿੜਾ ਛੁਡਾਇਆ ਤੇ ਸਰਗਰਮ ਪਰੰਪਰਾਵਾਦੀ ਬਣ ਗਈ। ਉਹਦਾ ਵਧੀਆ ਕੰਮ ਰਾਜਸਥਾਨੀ ਤੇ ਕਾਂਗੜਾ ਕਲਾ ਪ੍ਰਣਾਲੀ ਦੀ ਯਾਦ ਦਿਲਾਉਂਦਾ ਹੈ, ਪਰ ਇਹ ਅਜਿਹੇ ਆਕਾਰ ਦੇ ਕੱਪੜੇ ਸੌਖ ਸੰਤਰੀ ਤੇ ਚਿੱਟੇ ਰੰਗਾਂ ਵਿੱਚ ਚਿੱਤਰ ਬਣਾਏ ਹੋਏ ਹਨ। ਅੰਮ੍ਰਿਤਾ ਸ਼ੇਰਗਿੱਲ 30 ਸਾਲ ਦੀ ਉਮਰ ਵਿੱਚ ਹੀ ਮਰ ਗਈ। ਜੋ ਕੁਝ ਵੀ ਉਸਨੇ ਥੋੜ੍ਹੇ ਜਿਹੇ ਸਾਲਾਂ ਵਿੱਚ ਕੀਤਾ, ਉਹ ਲਬਾਇਮਾਨ ਰਾਸ਼ਟਰੀ ਖਜ਼ਾਨਾ ਬਣ ਗਿਆ। ਉਹਦੇ ਚਿੱਤਰ ਨਵੀਂ ਦਿੱਲੀ ਦੀ ਰਾਸ਼ਟਰੀ ਗੈਲਰੀ ਵਿੱਚ ਲਟਕਦੇ ਹਨ। ਸਮਕਾਲੀ ਸਿੱਖ ਚਿੱਤਰਕਾਰ ਬਹੁਤ ਉੱਘੇ ਨਹੀਂ ਹੋਏ। ਵਧੇਰੇ ਮਸ਼ਹੂਰ ਸ਼ੋਭਾ ਸਿੰਘ ਤੇ S.G. ਠਾਕਰ ਹੀ ਸਨ। ਸ਼ੋਭਾ ਸਿੰਘ ਨੇ ਸਿੱਖ ਆਗੂਆਂ ਦੇ ਚਿੱਤਰ ਬਣਾਏ ਜਾਂ ਪੰਜਾਬੀ ਲੋਕਿਆਨ ਦੇ ਵਿਸ਼ੇ ਲੈ ਕੇ ਚਿੱਤਰ ਬਣਾਏ। S.C. ਠਾਕਰ ਸਿੰਘ ਅੰਮ੍ਰਿਤਸਰ ਵਿੱਚ ਆਰਟ ਅਕੈਡਮੀ ਦਾ ਮੁਖੀ ਸੀ। ਉਸ ਨੇ ਦ੍ਰਿਸ਼ ਚਿੱਤਰ ਵੀ ਤੇ ਮੂਰਤਾਂ ਵੀ ਬਣਾਈਆਂ। ਉਸ ਦੀ ਮੁਹਾਰਤ ਵਿਸ਼ੇ ਦੀ ਹੂ-ਬ-ਹੂ ਨਕਲ ਉਤਾਰਨ ਵਿੱਚ ਸੀ। ਉਹਦੀ ਪਰੰਪਰਾ ਦਾ ਅਨੁਸਾਰੀ ਕਿਰਪਾਲ ਸਿੰਘ ਸੀ, ਜਿਸ ਨੇ ਸਿੱਖ ਇਤਿਹਾਸ 'ਚੋਂ ਵਿਕਰਾਲ ਘਟਨਾਵਾਂ ਦੇ ਚਿੱਤਰ ਬਣਾਏ ਸਨ। ਕਿਰਪਾਲ ਸਿੰਘ ਦੇ ਚਿੱਤਰ ਦਰਬਾਰ ਸਾਹਿਬ ਦੇ ਨਾਲ ਚਿੱਤਰ ਗੈਲਰੀ ਵਿੱਚ ਪ੍ਰਦਰਸ਼ਿਤ ਕੀਤੇ ਹੋਏ ਹਨ। ਆਧੁਨਿਕ ਕੁੰਭਕਾਰੀ ਦੇ ਪਿਤਾਮਾ ਗੁਰਚਰਨ ਸਿੰਘ ਦਾ ਵਰਣਨ ਕਰਨਾ ਵੀ ਉਚਿਤ ਹੈ। ਉਹ ਅਜੇ 30 ਵਰ੍ਹਿਆਂ ਵਿੱਚ ਹੀ ਹੈ, ਪਰ ਉਸ ਨੇ ਪਰੰਪਰਾ ਨੂੰ ਜਾਰੀ ਰੱਖਣ ਵਿੱਚ ਬਹੁਤ ਸਾਰੇ ਕੁਮਹਾਰਾਂ ਨੂੰ ਸਿਖਲਾਈ ਦਿੱਤੀ ਹੈ। ਅਨੇਕਾਂ ਜਵਾਨ ਸਿੱਖ ਬੁੱਤ ਤਰਾਸ਼ ਤੇ ਚਿੱਤਰਕਾਰਾਂ ਨੇ ਵਿਸ਼ਵ ਦੇ ਵੱਖ-ਵੱਖ ਭਾਗਾਂ ਵਿੱਚ ਕਾਰਜ ਛੋਹੇ ਹਨ। ਕਿਸੇ ਇੱਕ ਬਾਰੇ ਕਹਿਣਾ ਔਖਾ ਹੈ। ਜਸਵੰਤ ਸਿੰਘ, ਜਿਸ ਨੇ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ, ਉਸ ਨੇ ਅਮੂਰਤ ਤੇ ਦੁਰਬੋਧ ਚਿੱਤਰਕਾਰੀ ਦੀ ਸ਼ੈਲੀ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਉਸ ਨੇ ਭਾਰਤੀ ਰਾਗਾਂ ਨੂੰ ਦ੍ਰਿਸ਼ਟੀਗਤ ਕੀਤਾ ਹੈ। ਅਰਪਣਾ ਕੌਰ, ਜੋ ਲੇਖਿਕਾ ਅਜੀਤ ਕੌਰ ਦੀ ਬੇਟੀ ਹੈ ਤੇ ਨਵੀਂ ਪੀੜ੍ਹੀ ਦੀ ਸਭ ਤੋਂ ਵਧੇਰੇ ਚਰਚਿਤ ਚਿੱਤਰਕਾਰ ਹੈ, ਉਸ ਦੀ ਕਲਾ ਦੀਆਂ ਪ੍ਰਦਰਸ਼ਨੀਆਂ ਭਾਰਤ ਦੇ ਮੁੱਖ ਸ਼ਹਿਰਾਂ, ਸੋਵੀਅਤ ਸੰਘ, ਇੰਗਲੈਂਡ ਤੇ ਸੰਯੁਕਤ ਰਾਜ ਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਲਗਾਈਆਂ ਜਾਂਦੀਆਂ ਹਨ। ਭਾਵੇਂ ਉਹ ਸੂਖਮ ਚਿੱਤਰਾਂ ਤੋਂ ਪ੍ਰੇਰਿਤ ਹੈ, ਪਰ ਉਸ ਨੇ ਗੂੜ੍ਹੇ ਉਘੜਵੇਂ ਰੰਗਾਂ ਵਿੱਚ ਦਿੱਲੀ ਵਿੱਚ ਸਿੱਖ ਵਿਰੋਧੀ ਨਵੰਬਰ 1984 ਦੇ ਦੰਗਿਆਂ ਜਿਹੇ ਵਿਸ਼ਿਆਂ ਤੇ ਚਿੱਤਰ ਬਣਾਏ ਹਨ। 1986 ਵਿੱਚ ਉਸ ਨੂੰ ਉੱਘਾ ਅੰਤਰਰਾਸ਼ਟਰੀ ਟ੍ਰਾਈਨੇਲ ਅਵਾਰਡ ਮਿਲਿਆ ਸੀ। ਉਹ ਇਹ ਅਵਾਰਡ ਲੈਣ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਸੀ।